ਤਰਵਿੰਦਰ ਜੀ, ਤੁਸੀਂ ਇੰਟਰਨੈਸ਼ਨਲ ਕ੍ਰਾਈਮ ਸਿਕਿਉਰ ਦੇ ਚੇਅਰਪਰਸਨ ਹੋ। ਇਹ ਸੰਸਥਾ ਕੀ ਕੰਮ ਕਰਦੀ ਹੈ? ਦੇਖੋ, ਇਸ ਦੇ ਵਿੱਚ ਅਸੀਂ ਵੂਮੈਨਸ ਔਰ ਚਿਲਡਰਨ ਦੇ ਲਈ, ਜਿਸ ਤਰ੍ਹਾਂ ਚਾਈਲਡ ਲੇਬਰ ਹੋ ਗਿਆ, ਇਸ ਜਿਹੜੇ ਵੀ ਕ੍ਰਾਈਮਸ ਵਿਮਨ ਜਾਂ ਚਾਈਲਡ ਬੱਚਿਆਂ ਦੇ ਨਾਲ ਜਿੰਨੇ ਵੀ ਕ੍ਰਾਈਮਸ ਹੁੰਦੇ ਨੇ, ਕਈ ਵਾਰੀ ਕਿਡਨੈਪਿੰਗ ਪ੍ਰੋਬਲਮਸ ਆਉਂਦੀਆਂ ਨੇ, ਬੱਚਿਆਂ ਦੇ ਕਿਡਨੈਪ ਹੋਏ ਆ, ਜਾਂ ਫਿਰ ਬੱਚਿਆਂ ਦੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਇਨਸਾਨੀ ਤੌਰ ਦੇ ਉੱਤੇ ਕੋਈ ਜ਼ੁਲਮ ਅਗਰ ਬੱਚਿਆਂ ਦੇ ਨਾਲ ਹੁੰਦਾ ਤੇ ਉਸ ਦੇ ਲਈ ਅਸੀਂ ਲੜਾਈ ਲੜਦੇ ਹਾਂ। ਅਗਰ ਇੱਥੇ ਤੱਕ ਸੰਭਲਦੀ ਨਹੀਂ ਤੇ ਫਿਰ ਅਸੀਂ ਅੱਗੇ ਕੋਰਟ ਦੇ ਵਿੱਚ ਵੀ ਉਹਨਾਂ ਦੀ ਪੂਰੀ ਹੈਲਪ ਜਿਹੜੀ ਹੈ, ਜਿਸ ਤਰ੍ਹਾਂ ਹੁਣ ਪਿੱਛੇ ਇੱਕ ਰੋਹਤਕ ਦੇ ਅੰਦਰ ਵੀ ਚਾਈਲਡ ਲੇਬਰ ਦੀ ਪ੍ਰੋਬਲਮ ਹੋਈ ਸੀ। ਕਿਸੇ ਜਗ੍ਹਾ ਤੇ ਇੱਕ ਫੈਕਟਰੀ 'ਚ ਪਟਾਕੇ ਬਣਦੇ ਸੀ, ਉੱਥੇ ਚਾਈਲਡ ਲੇਬਰ ਉਹਨਾਂ ਨੇ ਬਹੁਤ ਲਗਾਈ ਸੀ, ਜਿਹਦੇ ਵਿੱਚੋਂ ਅਸੀਂ ਘੱਟ ਦੇ ਘੱਟ ਅਸੀਂ 33 ਚਿਲਡਰਨ ਜਿਹੜੇ ਸੀ ਅਸੀਂ ਉਸ ਦੇ ਵਿੱਚੋਂ ਕੱਢੇ ਸੀ। ਹਾਂ, ਉਸ ਦੇ ਵਿੱਚੋਂ ਬਚਾਏ ਸੀਗੇ। ਉਹ ਵੂਮਨਸ ਦੇ ਲਈ ਹੈ ਕਿ ਹੁਣ ਇਹ ਰੇਪ ਕੇਸ ਕਾਫੀ ਸਾਰੇ ਹੋਏ, ਉਹਦੇ ਤੇ ਪ੍ਰੋਟੈਸਟ ਕਰਕੇ ਅਸੀਂ ਉਹਨਾਂ ਨੂੰ ਜਸਟਿਸ ਦਿਲਾਇਆ। ਪਿੱਛੇ ਬਰਨਾਲੇ ਦੇ ਵਿੱਚ ਇੱਕ ਐਸਾ ਕੇਸ ਹੋਇਆ ਸੀ, ਮੰਦਿਰ ਦੇ ਅੰਦਰ ਹੀ ਉਸ ਲੜਕੀ ਦੇ ਵਾਲ ਕੱਟ ਦਿੱਤੇ ਗਏ ਸਨ, ਉਹਨੂੰ ਬਿਲਕੁਲ ਨਿਰਵਸਤਰ ਕਰ ਦਿੱਤਾ ਗਿਆ ਸੀਗਾ। ਉਹਦੇ ਲਈ ਵੀ ਮੈਂ ਦਿੱਲੀ ਤੋਂ ਜਾ ਕੇ ਸਪੈਸ਼ਲ ਬਰਨਾਲਾ ਦੇ ਅੰਦਰ ਉੱਥੇ ਉਹਨੂੰ ਇਨਸਾਫ ਦਿਵਾਇਆ। ਔਰ ਉਹ ਅੱਜ ਲੜਕੀ ਜਿਹੜੀ ਹੈ ਅੱਜ ਜਿੰਦਾ, ਜਦ ਕਿ ਉਹਨੇ ਕੁਝ ਖਾ ਲਿਆ ਸੀ, ਟ੍ਰੀਟਮੈਂਟ ਕਰਵਾਈ, ਫਿਰ ਉਹਨੂੰ ਉੱਥੇ ਜੋ ਵੀ ਉਹਦਾ ਹੱਕ ਸੀ ਬਣਦਾ ਉਹਨੂੰ ਦਿਲਾਇਆ। ਉਹ ਫਿਰ ਤੋਂ ਬਾਇਜ਼ਤ ਬਹਾਲ ਕੀਤੀ, ਅੱਜ ਉਹ ਜਿੰਦਾ ਹੈ। ਉਹ ਇੱਕ ਮਿਸਾਲ ਹੈ ਜੀ। ਮਤਲਬ ਇਹ ਹੈ ਕਿ ਤੁਸੀਂ ਹਿੰਮਤ ਵੀ ਜਗਾਉਂਦੇ ਹੋ ਕਿ ਅਗਰ ਤੁਹਾਡੇ ਨਾਲ ਕੁਝ ਗਲਤ ਹੋਇਆ ਹੈ ਤੇ ਅੱਗੇ ਉਹਨੂੰ ਫਾਈਟ ਕਰਨਾ ਚਾਹੀਦਾ ਹੈ, ਹਿੰਮਤ ਨਾਲ ਸਾਹਮਣਾ ਕਰਨਾ ਚਾਹੀਦਾ ਹੈ, ਚੁੱਪ ਕਰਕੇ ਬੈਠਣਾ ਨਹੀਂ ਚਾਹੀਦਾ। ਜਿਵੇਂ ਖਾਸ ਕਰਕੇ ਆਪਣੇ ਸਮਾਜ 'ਚ ਆਪਾਂ ਗੱਲ ਕਰੀਏ ਤਾਂ ਅਗਰ ਕਿਸੇ ਫੀਮੇਲ ਦੇ ਨਾਲ ਕੁਝ ਗਲਤ ਹੋ ਜਾਂਦਾ ਤਾਂ ਜ਼ਿਆਦਾਤਰ ਉਹਨਾਂ ਨੂੰ ਚੁੱਪ ਹੀ ਕਰਾ ਦਿੱਤਾ ਜਾਂਦਾ ਹੈ ਕਿ ਨਹੀਂ, ਕਿਉਂਕਿ ਅੱਗੇ ਅਸੀਂ ਦੱਸਾਂਗੇ ਤਾਂ ਸਾਡੀ ਇੱਜ਼ਤ ਖਰਾਬ ਹੁੰਦੀ ਹੈ। ਪਰ ਤੁਸੀਂ ਸ਼ਾਇਦ ਅੱਗੇ ਵੱਧ ਕੇ ਉਹਨਾਂ ਨੂੰ ਹਿੰਮਤ ਵੀ ਦਿੰਦੇ ਹੋ ਤੇ ਉਹਨਾਂ ਨੂੰ ਇਨਸਾਫ ਵੀ ਦਿਲਾਉਂਦੇ ਹੋ, ਤੇ ਇਹ ਕਿਹਾ ਜਾਏ। ਬਿਲਕੁਲ, ਕਿਉਂਕਿ ਅਗਰ ਅਸੀਂ ਚੁੱਪ ਹੋ ਜਾਂਦੇ ਹਾਂ, ਇਹਦਾ ਮਤਲਬ ਕਿ ਅਸੀਂ ਕਿਸੇ ਵੀ ਜ਼ੁਲਮ ਨੂੰ ਅੱਗੇ ਉਹਦਾ ਰਸਤਾ ਕੱਢਦੇ ਹਾਂ, ਅਸੀਂ ਰਸਤਾ ਖੋਲ ਦਿੰਦੇ ਹਾਂ ਕਿ ਉਹ ਜ਼ੁਲਮ ਅੱਜ ਸਾਡੇ ਨਾਲ ਹੋਇਆ, ਕੱਲ ਉਹ ਸਾਡੇ ਹੀ ਕਿਸੇ ਪਰਿਵਾਰ ਦੇ ਬੰਦੇ ਨਾਲ ਅਗਰ ਕਿਸੇ ਨਾਲ ਹੋਇਆ, ਅਸੀਂ ਉਹਨੂੰ ਅਸੀਂ ਹੌਸਲਾ ਨਹੀਂ ਦਿਆਂਗੇ, ਮਦਦ ਦੀ ਇਨਸਾਨੀਅਤ ਦਾ ਫਰਿਸ਼ਤਾ ਬਣ ਕੇ ਉਹਦੇ ਕੋਲ ਜਾ ਕੇ ਉਸ ਨੂੰ ਖੜਾ ਨਹੀਂ ਕਰਾਂਗੇ ਤੇ ਇਹ ਜ਼ੁਲਮ ਦੀ ਜਿਹੜੀ ਲਾਈਨ ਹੈ ਉਹ ਹੋਰ ਲੰਬੀ ਖਿੱਚੀ ਜਾਂਦੀ ਹੈ। ਸੋ ਸਾਨੂੰ ਇਸ ਦੇ ਉੱਤੇ ਕੰਮ ਜਿਹੜਾ ਜ਼ਰੂਰ ਕਰਨਾ ਚਾਹੀਦਾ ਹੈ। ਆਪਣੀ ਆਵਾਜ਼, ਆਪਣਾ ਹੱਕ, ਫੰਡਾਮੈਂਟਲ ਰਾਈਟਸ ਨੇ ਸਾਡੇ। ਅਸੀਂ ਦੁਨੀਆ ਤੇ ਇਨਸਾਨ ਬਣ ਕੇ ਆਏ ਹਾਂ, ਪਰਮਾਤਮਾ ਨੇ ਵੀ ਸਾਨੂੰ ਸਾਡਾ ਹੱਕ ਦਿੱਤਾ ਹੈ, ਗੁਰੂ ਸਾਹਿਬ ਨੇ ਵੀ ਸਾਨੂੰ ਆਸ਼ੀਰਵਾਦ ਦਿੱਤਾ ਕਿ ਤੁਸੀਂ ਜਦੋਂ ਤੱਕ ਅਸੀਂ ਆਪਣੀ ਮਦਦ ਆਪ ਹੀ ਨਹੀਂ ਕਰਾਂਗੇ, ਆਪਣੇ ਉੱਤੇ ਹੀ ਜ਼ੁਲਮ ਨੂੰ ਬਰਦਾਸ਼ਤ ਕਰਦੇ ਜਾਵਾਂਗੇ, ਅਸੀਂ ਦੂਸਰੇ ਦੀ ਮਦਦ ਦੇ ਲਈ ਖੜੇ ਹੀ ਨਹੀਂ ਹੋ ਸਕਦੇ। ਸਭ ਤੋਂ ਪਹਿਲੇ ਸਾਨੂੰ ਆਪਣੇ ਲਈ ਆਪ ਆਪਣੀ ਮਦਦ ਦੇ ਲਈ ਖੜਾ ਹੋਣਾ ਜ਼ਰੂਰੀ ਹੈ, ਫਿਰ ਅਸੀਂ ਦੂਸਰੇ ਕਿਸੇ ਦੀ ਮਦਦ ਕਰਾਂਗੇ। ਬੀਇੰਗ ਅ ਵੂਮਨ, ਜਿਵੇਂ ਅੱਜ ਦੀ ਅਗਰ ਸਮੇਂ ਦੀ ਗੱਲ ਕਰੀਏ ਤਾਂ ਵਿਮਨ ਇੰਪਾਵਰਮੈਂਟ ਦੀ ਗੱਲ ਬੜੇ ਪਲੇਟਫਾਰਮਸ ਤੇ ਹੁੰਦੀ ਹੈ, ਬਹੁਤ ਪਲੈਨਿੰਗਸ ਵੀ ਹਰ ਗਵਰਨਮੈਂਟ ਦੀਆਂ ਰਹਿੰਦੀਆਂ ਨੇ, ਬਹੁਤ ਸਾਰੀ ਯੋਜਨਾਵਾਂ ਹੁੰਦੀਆਂ ਨੇ ਚੱਲਦੀਆਂ, ਲੇਕਿਨ ਅੱਜ ਵੀ ਅਸੀਂ ਇਸ ਤਰ੍ਹਾਂ ਦੇ ਕੇਸਿਸ ਦੇਖਦੇ ਹਾਂ ਕਿ ਵਿਮਨ ਇੰਪਾਵਰਮੈਂਟ ਦੇ ਨਾਮ ਤੇ ਕਿਹਾ ਜਾਏ ਕਿ ਮਹਿਲਾਵਾਂ ਨਾਲ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਪੀੜਿਤ ਮਹਿਲਾਵਾਂ। ਤੇ ਅਗਰ ਇੰਨੀਆਂ ਗੱਲਾਂ ਵਿਮਨ ਇੰਪਾਵਰਮੈਂਟ ਦੀਆਂ ਹੁੰਦੀਆਂ ਨੇ, ਲੋਕ ਸਮਝਦੇ ਨੇ, ਲੇਕਿਨ ਅੱਜ ਵੀ ਹਾਲਾਤ ਇਹੋ ਜਿਹੇ ਕਿਉਂ ਨੇ? ਕੀ ਲੱਗਦਾ ਤੁਹਾਨੂੰ, ਕੀ ਕਮੀ ਹੈ? ਇਹੋ ਜਿਹੀ ਕਿਹੜਾ ਇਹੋ ਜਿਹਾ ਕੰਮ ਹੈ ਜਿੱਥੇ ਅਸੀਂ ਪਿੱਛੇ ਰਹਿ ਗਏ? ਦੇਖੋ, ਸਭ ਤੋਂ ਪਹਿਲੇ ਮੈਂ ਤੁਹਾਨੂੰ ਜਿਵੇਂ ਹੁਣੇ ਹੀ ਇਹ ਗੱਲ ਕਹੀ ਹੈ ਕਿ ਸਭ ਤੋਂ ਪਹਿਲੇ ਸਾਨੂੰ ਆਪਣੀ ਮਦਦ ਆਪ ਕਰਨੀ ਪਏਗੀ। ਸੈਕਿੰਡ, ਸਾਨੂੰ ਕੋਈ ਦੂਸਰਾ ਮਦਦ ਦੇ ਲਈ ਸਾਡੇ ਹੱਥ ਵਧਾਏਗਾ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਕਿ ਕਸਤੂਰਬਾ ਨਗਰ ਦੇ ਵਿੱਚ ਉਸ ਲੜਕੀ ਦੇ ਨਾਲ ਜ਼ੁਲਮ ਹੋਇਆ, ਉਸ ਨੇ 3 ਮਹੀਨੇ ਪਹਿਲੇ ਹੀ ਉਸ ਦੀ ਰਿਪੋਰਟ ਕੀਤੀ ਸੀ, ਨਹੀਂ ਮਿਲੀ, ਅੱਗੋਂ ਉਹਨਾਂ ਨੂੰ ਪ੍ਰੋਬਲਮ ਆਈ, ਅੱਗੋਂ ਕੋਈ ਹੈਲਪ ਨਹੀਂ ਮਿਲੀ। 3 ਮਹੀਨੇ ਦੇ ਬਾਅਦ ਅੱਜ ਵੀ ਉਹ ਅਗਰ ਆਵਾਜ਼ ਨਾ ਚੁੱਕਦੀ ਤੇ ਇਹ ਹਾਲਾਤ, ਇਹ ਦੱਬਿਆ ਰਹਿ ਜਾਣਾ ਸੀ। ਸਭ ਤੋਂ ਪਹਿਲੇ ਤਾਂ ਅੱਜ ਸਾਡੀ ਪਾਕਟ ਦੇ ਅੰਦਰ ਹੀ ਅੱਜ ਲੇਡੀਜ਼ ਨੂੰ ਸਮਝਣਾ ਚਾਹੀਦਾ ਸਾਡੀ ਪਾਕਟ 'ਚ ਦੁਨੀਆ ਵਸਦੀ ਹੈ, ਮੋਬਾਈਲ ਸਾਡੇ ਕੋਲ ਹੈ, ਸਾਨੂੰ ਇਮੀਡੀਏਟਲੀ ਉਸ ਦੇ ਉੱਤੇ ਵਰਕ ਕਰਨਾ ਚਾਹੀਦਾ। ਅਗਰ ਕੋਈ ਗੱਲ ਹੁੰਦੀ ਹੈ ਤਾਂ ਉਸ ਟਾਈਮ ਹੀ ਸਾਨੂੰ ਆਪਣਾ ਡਿਸੀਜ਼ਨ ਲੈਣਾ ਚਾਹੀਦਾ ਹੈ, ਆਪਣੀ ਇੱਜ਼ਤ ਨੂੰ, ਆਪਣੇ ਸਮਾਜ ਨੂੰ ਔਰ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਅਸੀਂ ਆਪ ਹੀ ਫੈਸਲਾ ਕਰੀਏ ਕਿ ਸਾਨੂੰ ਇਹਦੇ ਉੱਤੇ ਕੀ ਕਦਮ ਜਿਹੜਾ ਇਹ ਚੁੱਕਣਾ ਚਾਹੀਦਾ। ਔਰ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦੀ ਹਾਂ, ਸੰਸਥਾਵਾਂ ਨੂੰ ਵੀ ਅਪੀਲ ਕਰਦੀ ਹਾਂ, ਔਰ ਉਹਨਾਂ ਤੋਂ ਪਹਿਲੇ ਮੈਂ
ਪੇਰੈਂਟਸ ਨੂੰ ਅਪੀਲ ਕਰਦੀ ਹਾਂ ਕਿ ਆਪਣੀਆਂ ਬੱਚੀਆਂ ਜਦੋਂ ਪੈਦਾ ਕਰਦੇ ਆ, ਬੱਚੇ ਪੈਦਾ ਕਰਦੇ ਆ, ਉਸੇ ਵਕਤ ਉਹਨਾਂ ਨੇ ਆਪਣੀ ਹੈਲਪ ਕਿਸ ਤਰ੍ਹਾਂ ਕਰਨੀ ਹੈ। ਜੇ ਫੋਰ ਐਗਜ਼ਾਮਪਲ ਅਗਰ ਗਰਲਸ ਨੇ ਤੇ ਸੈਲਫ ਡਿਫੈਂਸ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਨਾ, ਮਾਰਸ਼ਲ ਆਰਟ ਜ਼ਰੂਰੀ ਹੈ। ਉਹਨਾਂ ਨੂੰ ਉਹਨਾਂ ਦੇ ਦਿਮਾਗੀ ਤੌਰ ਤੇ ਇੰਨਾ ਸਟਰੋਂਗ ਕਰਨਾ ਚਾਹੀਦਾ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਤਾਕਤ ਦਿਖਾਉਣ ਦੇ ਨਾਲ ਤੁਹਾਡੇ ਆਪਣੀ ਪਰਸਨੈਲਿਟੀ ਇਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਬੱਚਿਆਂ ਨੂੰ ਕਿ ਦੂਰੋਂ ਦੇਖ ਕਰਕੇ ਹੀ ਦੂਸਰਾ ਬੰਦਾ ਪਹਿਲੇ 4 ਕਦਮ ਪਿੱਛੇ ਹਟ ਜਾਏ। ਜੇ ਮੈਂ ਬਹੁਤ ਮਾਫੀ ਚਾਹਾਂਗੀ, ਮੈਂ ਇੱਕ ਗੱਲ ਕਹਿਣ ਲੱਗਿਆ, ਕਿਉਂਕਿ ਅਸੀਂ ਆਪਣੇ ਪਹਿਰਾਵੇ ਨੂੰ ਸਭ ਤੋਂ ਪਹਿਲੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਇਸ ਤਰ੍ਹਾਂ ਰੱਖੀਏ ਕਿ ਦੂਸਰੇ ਬੰਦੇ ਨੂੰ ਮੌਕਾ ਨਾ ਮਿਲੇ ਕਿ ਉਹ ਪਹਿਲੇ ਸਾਨੂੰ ਕਮੈਂਟ ਗਲਤ ਪਾਸ ਕਰਕੇ ਚਲਾ ਜਾਏ, ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਦੂਸਰੀ ਗੱਲ ਕਹਿਣ ਦੇ ਹੱਕਦਾਰ ਨਾ ਬਣੀਏ। ਸੋ ਆਪਣੇ ਆਪ ਨੂੰ ਪਹਿਲੇ ਸੰਪੂਰਨ ਕਰਨਾ ਬਹੁਤ ਜ਼ਰੂਰੀ ਹੈ। ਪਹਿਰਾਵੇ ਦੇ ਤੌਰ ਤੇ, ਬੋਲ ਬਾਣੀ ਦੇ ਤੌਰ ਤੇ, ਸੰਸਕਾਰਾਂ ਦੇ ਤੌਰ ਦੇ ਉੱਤੇ ਅਗਰ ਅਸੀਂ ਸੰਪੂਰਨ ਆ ਤੇ ਫਿਰ ਸਾਹਮਣੇ ਜਗ੍ਹਾ ਤੇ ਉੱਤੇ ਜ਼ੁਲਮ ਜਿਹੜਾ ਹੈ ਉਹ ਕਾਫੀ ਹੱਦ ਤੱਕ ਪੇਰੈਂਟਸ ਦੇ ਉੱਤੇ ਬਹੁਤ ਡਿਪੈਂਡ ਕਰਦਾ ਕਿ ਉਹ ਬੱਚੇ ਨੂੰ ਇੰਨੀ ਪਰਸਨੈਲਿਟੀ ਉਹਦੀ ਬਣਾ ਦੇਣ, ਉਹਦੇ ਅੰਦਰ ਸੰਸਕਾਰ ਇਸ ਤਰ੍ਹਾਂ ਦੇ ਪੈਦਾ ਕਰ ਦੇਣ ਕਿ ਜ਼ਰੂਰਤ ਨਾ ਬੋਲੇ ਕਿ ਇਹ ਕ੍ਰਾਈਮ ਜਿਹੜਾ ਹੈ ਉਹਨੂੰ ਰੋਕਣ ਦੇ ਲਈ ਇਹ ਬਹੁਤ ਵੱਡਾ ਮਦਦਗਾਰ ਹੈ ਸਾਡੇ ਸੰਸਕਾਰ। ਲੜਕਿਆਂ ਦੇ ਅੰਦਰ ਵੀ ਹੋਣੇ ਚਾਹੀਦੇ ਨੇ ਕਿ ਉਹ ਕਿਸੇ ਲੜਕੀ ਨੂੰ ਦੇਖਣ ਤੋਂ ਪਹਿਲੇ ਉਹ ਆਪਣੀ ਧੀ ਔਰ ਆਪਣੀ ਭੈਣ ਉਹ ਆਪਣੀ ਅੱਛੀ ਦੋਸਤ ਸਮਝਦੇ। ਤੇ ਬੱਚਿਆਂ ਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਉਹ ਪਹਿਰਾਵਾ ਪਾਈਏ ਜੋ ਸਮਾਜ ਦੇ ਵਿੱਚ ਇੱਜ਼ਤ ਨਾਲ ਸਿਰ ਉੱਚਾ ਚੁੱਕ ਕੇ ਚੱਲ ਸਕੀਏ। ਬੋਲ ਬਾਣੀ ਵੀ ਉਹ ਬੋਲੀਏ ਜਿਸ ਦੇ ਨਾਲ ਕਿਸੇ ਸਾਹਮਣੇ ਵਾਲੇ ਨੂੰ ਕੋਈ ਨਾ ਠੇਸ ਪਹੁੰਚੇ ਕਿ ਦੁਸ਼ਮਣੀ ਕੱਢੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਗਲਤ ਬਿਹੇਵੀਅਰ ਕਰ ਸਕੇ। ਸੋ ਬਚਪਨ ਤੋਂ ਪਰਿਵਾਰ ਤੋਂ ਸੰਸਕਾਰ ਸ਼ੁਰੂ ਹੁੰਦੇ ਨੇ, ਫਿਰ ਅੱਗੇ ਆ ਕੇ ਅਸੀਂ ਸਕੂਲਾਂ ਦੇ ਅੰਦਰ ਟੀਚਰਸ ਵੀ ਇਸ ਚੀਜ਼ ਨੂੰ ਜ਼ਰੂਰ ਕਰਨ, ਸਕੂਲਾਂ ਦੇ ਅੰਦਰ ਵੀ ਇਸ ਚੀਜ਼ ਦੀ ਗਾਈਡੈਂਸ ਦੇਣੀ ਚਾਹੀਦੀ ਹੈ। ਆਸਤਾ ਇਹ ਚੀਜ਼ ਜਿਹੜੀ ਹੈ ਉਹ ਬਚਪਨ ਤੋਂ ਹੀ ਘਰ ਤੋਂ ਹੀ ਸਾਰਾ ਕੁਝ ਮਿਲਦਾ ਹੈ ਤੇ ਫਿਰ ਉਹ ਐਂਡ ਤੱਕ ਜਾ ਕੇ। ਔਰ ਪਹਿਲੀ ਗੱਲ ਹੈ ਕਿ ਆਪਣੇ ਆਪ ਨੂੰ ਦਬਾ ਕੇ ਰੱਖਣ ਦੀ ਕਦੇ ਵੀ ਕੋਸ਼ਿਸ਼ ਨਾ ਕਰੋ। ਜਿਹੜੀ ਗੱਲ ਹੈ ਕੋਸ਼ਿਸ਼ ਕਰਕੇ, ਔਰ ਮਦਰ ਸਪੈਸ਼ਲ ਗਰਲਸ ਵਾਸਤੇ ਇੱਕ ਫਰੈਂਡਲੀ ਰਿਲੇਸ਼ਨ ਰੱਖਣ ਤਾਂ ਜੋ ਲੜਕੀਆਂ ਜਿਹੜੀਆਂ ਨੇ ਉਹ ਕੁਛ ਵੀ ਕੋਈ ਗੱਲ ਹੋਵੇ ਬੀ ਫਰੈਂਕਲੀ ਉਹ ਆਪਣੇ ਮਦਰ ਨੂੰ ਗੱਲ ਕਰ ਸਕਣ, ਔਰ ਲੜਕਾ ਵੀ ਇੰਨਾ ਫਰੈਂਕ ਪਿਤਾ ਦੇ ਨਾਲ ਆਪਣੀ ਹਰ ਗੱਲ ਸ਼ੇਅਰ ਕਰ ਸਕੇ। ਇਹ ਜਿਹੜਾ ਰਿਲੇਸ਼ਨ ਹੈ ਫੈਮਿਲੀ ਤੋਂ ਚੱਲਣਾ ਹੈ, ਉਸ ਨੂੰ ਬਹੁਤ ਅੱਛੇ ਤਰੀਕੇ ਨਾਲ ਇੱਕ ਬਾਉਂਡ ਰੱਖਣਾ ਚਾਹੀਦਾ ਹੈ। ਲੜਕੇ ਦਾ ਫਾਦਰ ਨਾਲ ਔਰ ਲੜਕੀ ਦਾ ਮਦਰ ਦੇ ਨਾਲ ਇੱਕ ਅੱਛਾ ਰਿਲੇਸ਼ਨ ਜਦੋਂ ਹੋਏਗਾ ਤੇ ਫਿਰ ਉੱਥੇ ਘਰ ਦੇ ਅੰਦਰ ਹੀ ਜਿਹੜੇ ਫੈਸਲੇ ਬਹੁਤ ਅੱਛੇ ਤਰੀਕੇ ਨਾਲ ਲਿੱਤੇ ਜਾਂਦੇ ਨੇ। ਇਹ ਗੱਲ ਦੀ ਮੈਂ ਖੁਦ ਮਿਸਾਲ ਹਾਂ ਜੀ, ਮੇਰੇ ਆਪਣੇ ਘਰ ਤੋਂ ਹੀ ਇਹ ਗੱਲ ਚੱਲੀ ਹੋਈ ਹੈ। ਮੈਂ ਆਪਣੀ ਬੇਟੀ ਤੋਂ ਜ਼ਿਆਦਾ ਕਿਸੇ ਆਪਣੀ ਫਰੈਂਡ ਨੂੰ ਕਲੋਜ਼ ਨਹੀਂ ਸਮਝਦੀ, ਹਰ ਗੱਲ ਸ਼ੇਅਰ ਹੁੰਦੀ ਹੈ। ਸੋ ਮੈਂ ਇਹ ਪੇਰੈਂਟਸ ਨੂੰ ਜ਼ਰੂਰ ਰਿਕੁਐਸਟ ਕਰਾਂਗੀ ਕਿ ਉਸ ਤੇ ਤਵੱਜੋ ਦੇਣ ਜੀ। ਇੰਟਰਨੈਸ਼ਨਲ ਸਿੱਖ ਕਾਉਂਸਲ ਦੇ ਵੀ ਤੁਸੀਂ ਚੇਅਰਪਰਸਨ ਹੋ, ਇਹਦਾ ਕੀ ਮਕਸਦ ਹੈ ਬਣਾਉਣ ਦਾ ਔਰ ਕੀ ਕੰਮ ਕਰਦੀ ਹੈ? ਦੇਖੋ, ਇੰਟਰਨੈਸ਼ਨਲ ਸਿੱਖ ਕਾਉਂਸਲ ਜਦੋਂ ਅਸੀਂ ਤਿਆਰ ਕੀਤੀ ਸੀ ਉਦੋਂ ਮਹਿਸੂਸ ਹੁੰਦਾ ਸੀ ਕਿ ਸਾਡੇ ਸਿੱਖ ਲੀਡਰ ਜਿਹੜੇ ਨੇ ਉਹ ਕਾਫੀ ਜ਼ਿਆਦਾ ਉਹਨਾਂ ਦੇ ਆਪਸੀ ਜਿਹੜੇ ਮਨ ਮੁਟਾਵ ਬਹੁਤ ਜ਼ਿਆਦਾ ਮੀਡੀਆ ਦੇ ਸਾਹਮਣੇ ਬੈਠ ਜਾਣਾ ਔਰ ਇੱਕ ਦੂਸਰੇ ਦੇ ਵਾਸਤੇ ਕੰਟਰੋਵਰਸੀ ਹਰ ਵਕਤ ਕ੍ਰੀਏਟ ਕਰਕੇ ਰੱਖਣੀ, ਇਹ ਬਹੁਤ ਮੈਨੂੰ ਮਹਿਸੂਸ ਹੁੰਦੀ ਸੀ। ਕਿਤੇ ਨਾ ਕਿਤੇ ਸਿੱਖਾਂ ਦੀ ਬੇਇੱਜ਼ਤੀ ਵਾਲੀ ਗੱਲ ਜਿਹੜੀ ਉਹ ਬੜਾ ਦਿਲ ਨੂੰ ਧੱਕਾ ਜਿਹਾ ਲੱਗਦਾ ਸੀ। ਸੋ ਇਹ ਸੋਚ ਕੇ ਸਾਡੇ ਨਾਲ ਕੁਛ 12-15 ਅਸੀਂ ਲੋਕ ਸੀਗੇ ਆਪਸ ਦੇ ਵਿੱਚ ਫੈਸਲਾ ਕੀਤਾ ਕਿ ਸਾਨੂੰ ਇੱਕ ਐਸੀ ਸੰਸਥਾ ਤਿਆਰ ਕਰਨੀ ਚਾਹੀਦੀ ਹੈ ਉਹ ਜਿਸ ਦੇ ਵਿੱਚ ਅਸੀਂ ਸਾਰੇ ਹੀ ਲੀਡਰਾਂ ਦੇ ਕੋਲ ਜਾ ਕਰਕੇ ਜਦੋਂ ਕੋਈ ਗੱਲ ਹੋਵੇ ਉਹਨਾਂ ਨੂੰ ਅਸੀਂ ਟੇਬਲ ਟਾਕ ਤੇ ਲੈ ਕੇ ਆਈਏ। ਬਜਾਏ ਮੀਡੀਆ ਦੇ ਵਿੱਚ ਹਾਹਾ ਹੂ ਹੂ ਮਚਾ ਕਰਕੇ ਅਸੀਂ ਦਸਤਾਰਾਂ ਤੇ ਛਿੱਟੇ ਪਾਈਏ, ਉਹਦੇ ਨਾਲੋਂ ਬੈਟਰ ਅਸੀਂ ਦੋਨੋਂ ਪਾਰਟੀਆਂ ਅਗਰ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਲਾਂਛਨ ਲਗਾਉਂਦੀਆਂ ਨੇ ਗਲਤ, ਤੇ ਅਸੀਂ ਉਹਨਾਂ ਨੂੰ ਪਨਿਸ਼ ਵੀ ਕਰ ਸਕਦੇ ਹਾਂ। ਅਸੀਂ ਇਹ ਵੀ ਪਾਵਰ ਲਿੱਤੀ ਕਿਉਂਕਿ ਰਜਿਸਟਰਡ ਆ। ਦੂਸਰਾ ਕੀ ਹੈ ਕਿ ਸਾਡੇ ਕੋਲ ਇਹਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਵੀ ਅਸੀਂ ਪੂਰੀ ਪਾਵਰ ਲਿੱਤੀ ਹੈ। ਸਾਡੇ ਕੋਲ ਇੱਕ ਬਹੁਤ ਵੱਡੀ ਟੀਮ ਹੈ
ਵਕੀਲਾਂ ਦੀ, ਜਿਸ ਦੇ ਨਾਲ ਅਸੀਂ ਡਿਸਕਸ ਕਰਦੇ ਹਾਂ। ਕੋਈ ਵੀ ਕਿਤੇ ਧਾਰਮਿਕ ਤੌਰ ਤੇ ਸਾਨੂੰ ਧੱਕਾ ਲੱਗਣ ਵਾਲੀ ਗੱਲ ਹੁੰਦੀ ਹੈ, ਉੱਥੇ ਅਸੀਂ ਆਪਣਾ ਨੋਟਿਸ ਭੇਜਦੇ ਹਾਂ। ਔਰ ਧਾਰਮਿਕ ਤੌਰ ਦੇ ਉੱਤੇ ਵੀ ਅਸੀਂ ਜਿਹੜਾ ਇਹ ਸਿੱਖਾਂ ਦੇ ਉੱਤੇ ਜਿਹੜੇ ਅੱਜ ਕੱਲ ਤੁਸੀਂ ਦੇਖਿਆ ਬਹੁਤ ਸਾਰੇ ਗਲਤ ਪੋਸਟਰ ਬਣਾਣੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਕਰਨੀ, ਜਿਸ ਤਰ੍ਹਾਂ ਕਿ ਹੁਣ ਸਿੱਖ ਬੱਚੀ ਦੇ ਨਾਲ ਵੀ ਹੋਇਆ, ਇਹਦੇ ਉੱਤੇ ਵੀ ਅਸੀਂ ਮੈਂ ਪਰਸਨਲੀ ਫਸਟ ਡੇ ਹੀ ਜਾ ਕਰਕੇ ਉਹਨਾਂ ਦੇ ਘਰ ਦੇ ਅੰਦਰ ਤੱਕ ਉਹਦੇ ਫਾਦਰ ਨਾਲ ਗੱਲ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਹੁਣ ਉਹਨਾਂ ਨੇ ਬੇਲ ਜਦੋਂ ਅਪਲਾਈ ਕੀਤੀ, ਉਹਦੇ ਅਗੇਂਸਟ ਅਸੀਂ ਆਪਣੀ ਟੀਮ ਨੂੰ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਵੱਲੋਂ ਜਿਹੜੀ ਸਾਡੀ ਵਕੀਲਾਂ ਦੀ ਟੀਮ ਹੈ ਉਹ ਵਰਕ ਕਰ ਰਹੀ ਹੈ। ਸੋ ਕੌਂਸਲ ਬਣਾਉਣ ਦੇ ਲਈ ਮੇਰਾ ਇੱਕੋ ਹੀ ਮਕਸਦ ਸੀ ਕਿ ਆਪਣੇ ਡਾਕਟਰ, ਆਪਣੇ ਜਿਹੜੇ ਵਕੀਲ ਨੇ ਉਹ ਆਪਣੇ ਹੋਣੇ ਚਾਹੀਦੇ ਨੇ। ਡਾਕਟਰ ਬਣਨਗੇ ਤਾਂ ਆਪਣਾ ਹਸਪੀਟਲ ਬਣੇਗਾ, ਆਪਣੇ ਡਾਕਟਰ ਜਿਹੜੇ ਉਹਦੇ ਤੇ ਵਰਕ ਕਰ ਸਕਣ। ਤੇ ਜਿਹੜਾ ਵਕੀਲ ਹੈ, ਜਿਸ ਤਰ੍ਹਾਂ ਧਾਰਮਿਕ ਮੁੱਦੇ ਸਾਡੇ ਆਉਂਦੇ ਨੇ ਤੇ ਕੋਰਟ ਦੇ ਅੰਦਰ 5-5 ਹਜ਼ਾਰ ਦਾ ਇਕੱਠ ਨਹੀਂ ਜਾਂਦਾ, ਇੱਕ ਵਕੀਲ ਜਾ ਕੇ ਮੈਜਿਸਟ੍ਰੇਟ ਦੇ ਸਾਹਮਣੇ ਕੰਮ ਕਰਦਾ। ਸੋ ਉਹ ਟੀਮਾਂ ਜਿਹੜੀਆਂ ਮੈਂ ਬਣਾਈਆਂ, ਉਹ ਟੀਮਾਂ ਤਿਆਰ ਕਰਕੇ ਤੇ ਹੁਣ ਵੀ ਬਾਲਾ ਸਾਹਿਬ ਹਸਪੀਟਲ ਤੋਂ ਸਾਡੇ 10 ਬੱਚੇ ਟੈਕਨੀਸ਼ੀਅਨ ਬਣ ਕੇ ਤਿਆਰ ਹੋਏ ਨੇ। ਵਧੀਆ, ਬਹੁਤ ਵਧੀਆ। ਹਾਂ, 10th ਤੋਂ ਲੈ ਕੇ 12th ਤੱਕ ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈ ਉਹ ਚਾਹੀਦੀ ਹੈ, ਤੇ ਜਿਸ ਵਿੱਚ 10 ਬੱਚਿਆਂ ਨੂੰ ਅਸੀਂ ਤਿਆਰੀ ਕਰਾ ਕੇ ਅੱਜ ਉਹ ਬੜੇ 4 ਬੱਚੇ ਜਿਹੜੇ ਨੇ ਉਹਨਾਂ ਦੀ ਜੌਬ ਵੀ ਲੱਗ ਚੁੱਕੀ ਹੋਈ ਹੈ। 25 ਬੱਚੇ ਜਦੋਂ ਸਾਡੇ ਤਿਆਰ ਹੋ ਜਾਣਗੇ, 10 ਬੱਚੇ ਅਸੀਂ ਆਊਟ ਆਫ ਇੰਡੀਆ ਜਿਹੜਾ ਹੈ ਉਹਨਾਂ ਨੂੰ ਵਰਕ ਪਰਮਿਟ ਮੰਗਵਾ ਕੇ ਇੰਟਰਨੈਸ਼ਨਲ ਲੈਵਲ ਉਹਨਾਂ ਨੂੰ ਮੌਕਾ ਮਿਲੇਗਾ ਔਰ ਉੱਥੇ ਜਾ ਕੇ ਉਹ ਕੰਮ ਕਰਨਗੇ। ਇਹ ਇੱਕ ਕਮਾਈ, ਦਵਾਈ ਤੇ ਪੜ੍ਹਾਈ, ਇਹ ਤਿੰਨੋਂ ਮਿਸ਼ਨ ਲੈ ਕੇ ਮੈਂ ਆਪਣੀ ਲਾਈਫ ਦੇ ਵਿੱਚ ਚੱਲੀ ਹਾਂ ਤੇ ਅੱਜ ਦਿਨ ਤੱਕ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਾਮਯਾਬ ਹਾਂ। ਇੰਟਰਨੈਸ਼ਨਲ ਸਿੱਖ ਕਾਉਂਸਲ ਹੈ, ਇੰਟਰਨੈਸ਼ਨਲ ਕ੍ਰਾਈਮਸ ਕਿਉਰ, ਇੰਟਰਨੈਸ਼ਨਲ ਵੈਲਫੇਅਰ ਜਸਟਿਸ, ਸਭ ਤੁਸੀਂ ਸੰਭਾਲ ਰਹੇ ਹੋ। ਮਤਲਬ ਇਹ ਸਭ ਕੰਮ ਕਰਨ ਦੀ ਜੋ ਸਟਰੈਂਥ ਹੈ ਉਹ ਕਿੱਥੋਂ ਆਉਂਦੀ ਹੈ ਤੁਹਾਡੇ ਅੰਦਰ? ਦੇਖੋ, ਗੁਰੂ ਸਾਹਿਬ ਦਾ ਆਸ਼ੀਰਵਾਦ ਜਿਹੜਾ ਉਹ ਜ਼ਰੂਰ ਨਾਲ ਹੈ ਤੇ ਸਮਾਜ ਦੀ ਸੇਵਾ। ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਕੀਤਾ ਸੀ। ਅਕਾਲ ਪੁਰਖ, ਉਹ ਆਪ ਤਾਂ ਸੰਪੂਰਨ ਅਕਾਲ ਪੁਰਖ ਸੀ, ਉਹਨਾਂ ਦਾ ਮੇਰੇ ਉੱਤੇ ਬਹੁਤ ਵੱਡਾ, ਮੈਂ ਕਿਉਂਕਿ ਪਰਮਾਤਮਾ ਤੋਂ ਉੱਪਰ ਤਾਂ ਕੁਛ ਨਹੀਂ, ਉਹ ਮੇਰੀ ਮਦਦ ਕਰਦੇ ਨੇ। ਉਹ ਇੱਕ ਰਸਤਾ ਸੇਵਾ ਗੁਰੂ ਸਾਹਿਬ ਆਪ ਲੈਂਦੇ ਨੇ ਤਾਂ ਅਸੀਂ ਕਰਨ ਲਈ ਵੀ ਤਤਪਰ ਰਹਿੰਦੇ ਹਾਂ। ਜਦੋਂ ਸਾਡੇ ਮਨ 'ਚ ਚਾਹ ਹੋਵੇ ਆਪਣੇ ਪਰਮਾਤਮਾ ਦੇ ਪ੍ਰਤੀ, ਤੇ ਜਿਹੜੀ ਸੇਵਾ ਗੁਰੂ ਸਾਹਿਬ ਨੂੰ ਆਪਣੇ ਆਪ ਨੂੰ ਜਦੋਂ ਤੁਸੀਂ ਸਮਰਪਿਤ ਕਰਦੇ ਹੋ, ਸੇਵਾ ਉਹ ਲੈਂਦੇ ਨੇ ਤਾਂ ਹੀ ਅਸੀਂ ਕਰ ਸਕਦੇ ਹਾਂ। ਜੋ ਸੇਵਾ ਸੰਗਤ ਵੱਲੋਂ ਲੱਗਦੀ ਹੈ, ਉਹ ਗੁਰੂ ਦੇ ਵੱਲੋਂ ਭੇਜੀ ਜਾਂਦੀ ਆਸ਼ੀਰਵਾਦ ਦੀ ਸੇਵਾ ਹੈ। ਉਹ ਜਦੋਂ ਵੀ ਮੌਕਾ ਮਿਲਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਮੈਂ ਆਪਣੇ ਜੀਵਨ ਨੂੰ ਇਸ ਦੇ ਉੱਤੇ ਸੰਪੂਰਨਤਾ ਸਮਰਪਿਤ ਹੋ ਕੇ ਸੇਵਾ ਵਿੱਚ ਲੱਗੀ ਹੋਈ ਹਾਂ। ਸੋ ਪਾਤਸ਼ਾਹ ਦਾ ਆਸ਼ੀਰਵਾਦ ਹੈ, ਸੰਗਤਾਂ ਦਾ ਆਸ਼ੀਰਵਾਦ ਹੈ। ਸੋ ਇਹ ਸੇਵਾਵਾਂ ਜਿਹੜੀਆਂ ਨੇ ਤੋੜ ਚੜ ਰਹੀਆਂ ਨੇ। ਮੈਨੂੰ ਹਜੇ ਤੱਕ ਤਾਂ ਮੈਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੰਨੀਆਂ ਵੀ ਸੇਵਾਵਾਂ 'ਚ ਆਪਣੇ ਕਦਮ ਰੱਖਿਆ, ਉਸ ਦੇ ਵਿੱਚ ਫਤਿਹ ਹਾਸਲ ਕਰਕੇ ਹੀ ਰਹੀ ਹਾਂ। ਜੀ, ਇੱਕ ਸਿੰਘਣੀ ਹੋ ਤੁਸੀਂ, ਕੀ ਮਹਿਸੂਸ ਕਰਦੇ ਹੋ ਬੀਇੰਗ ਅ ਸਿੰਘਣੀ? ਮੈਨੂੰ ਬੜਾ ਪ੍ਰਾਊਡ ਮਹਿਸੂਸ ਹੁੰਦਾ, ਬਹੁਤ ਪ੍ਰਾਊਡ ਮਹਿਸੂਸ ਹੁੰਦਾ, ਕਿਉਂਕਿ ਉਦੋਂ ਜ਼ਿਆਦਾ ਫਖਰ ਮਹਿਸੂਸ ਹੁੰਦਾ ਜਦੋਂ ਮੈਨੂੰ ਲੋਕ, ਮੇਰੀ ਕਈ ਲੜਕੀਆਂ ਮੇਰੀ ਪਿਕ ਜਿਹੜੀ ਹੈ ਉਹ ਆਪਣੇ ਫੋਨ ਦੇ ਵਿੱਚ ਰੱਖਦੀਆਂ ਨੇ। ਇੱਕ ਵਾਰੀ ਮੈਨੂੰ ਜਲੰਧਰ ਤੋਂ ਇੱਕ ਫੋਨ ਆਇਆ ਕਿ ਤੁਹਾਨੂੰ ਦੇਖ ਕੇ ਸਾਡੇ ਇੱਥੇ ਸਾਡੇ ਇਰਦ ਗਿਰਦ 16 ਪਿੰਡਾਂ ਵਿੱਚ 40 ਲੜਕੀਆਂ ਜਿਹੜੀਆਂ ਨੇ ਉਹਨਾਂ ਨੇ ਦਸਤਾਰ ਸਜਾਈ ਹੈ। ਸੋ ਅੱਜ ਦਿਨ ਤੱਕ ਪਟਿਆਲੇ ਦੇ ਅੰਦਰ ਵੀ ਫੇਸਬੁੱਕ ਤੇ ਵੀ ਪਾਇਆ ਸੀ, 83 ਗਰਲਸ ਐਸੀਆਂ ਨੇ ਜਿਨ੍ਹਾਂ ਨੇ ਮੈਨੂੰ ਦੇਖ ਕੇ ਦਸਤਾਰ ਸਜਾਈ ਹੈ। ਸੋ ਇਸ ਤੋਂ ਵੱਡੀ ਗੱਲ ਕੋਈ ਹੋਰ ਹੀ ਨਹੀਂ ਹੋ ਸਕਦੀ। ਮੈਂ ਇੱਕ ਕਿਸੇ ਦੇ ਆਈਡੀਅਲ ਬਣ ਚੁੱਕੇ ਹੋ ਕਿੰਨੀਆਂ ਕੁੜੀਆਂ ਦੇ, ਹੈ ਨਾ? ਤੁਹਾਡਾ ਕੌਣ ਹੈ ਆਈਡੀਅਲ? ਕੋਈ ਹੈ? ਮੇਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਈਡਲ ਹੈ, ਮਾਤਾ ਸਾਹਿਬ ਕੌਰ ਮੇਰੇ ਆਈਡਲ ਨੇ, ਮਾਤਾ ਮਾਈ ਭਾਗੋ ਮੇਰੇ ਆਈਡਲ ਨੇ। ਸਾਡੇ ਵਿੱਚ ਸਿੱਖਾਂ ਦੇ ਵਿੱਚ ਜਿਹੜੀਆਂ ਸਿੰਘਣੀਆਂ ਨੇ, ਉਹਨਾਂ ਦੇ ਜਿਹੜੇ ਅੱਜ ਦਿਨ ਤੱਕ ਮਾਤਾ ਗੁਜਰੀ ਜੀ ਕਿੰਨੇ ਦੇਖੋ, ਜਿਨ੍ਹਾਂ ਨੇ ਪਿਤਾ ਵੀ ਦਿੱਤਾ। ਗੁਰੂ ਮਾਤਾ ਗੁਜਰੀ ਜੀ ਦੀ ਗੱਲ ਅਗਰ ਕਹੀ ਜਾਏ ਤਾਂ ਪਿਤਾ ਦਿੱਤਾ, ਫਿਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ। ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ। ਸੋ ਮਾਤਾ ਗੁਜਰੀ ਜੀ ਦਾ ਇੰਨਾ ਵੱਡਾ ਦਾਨ,
ਮਾਤਾ ਭਾਗੋ ਜੀ ਦਾ ਉਹ 40 ਮੁਕਤਿਆਂ ਨੂੰ ਵਾਪਸ ਲੈ ਕੇ ਆਣਾ ਜੰਗ ਦੇ ਵਿੱਚ, ਉਹ ਬਹਾਦਰੀ ਦਾ ਕਾਰਨਾਮਾ, ਇਹ ਸਾਰੀਆਂ ਚੀਜ਼ਾਂ ਸਾਡੇ ਗੁਰੂ ਸਾਹਿਬ ਸਾਡੇ ਇਤਿਹਾਸ ਦੇ ਵਿੱਚ ਸਿੰਘਣੀਆਂ ਦੀਆਂ, ਉਹਨਾਂ ਦਾ ਆਸ਼ੀਰਵਾਦ ਜਦੋਂ ਮਿਲਦਾ ਹੈ ਤਾਂ ਬੜਾ ਫਖਰ ਮਹਿਸੂਸ ਹੁੰਦਾ ਕਿ ਅਸੀਂ ਪ੍ਰਾਊਡ ਆਫ ਸਿੱਖ। ਜੀ ਬਹੁਤ ਵਧੀਆ। ਸਿੱਖ ਕਮਿਊਨਿਟੀ ਨੂੰ ਲੈ ਕੇ ਤੁਸੀਂ ਕੋਈ ਸੰਦੇਸ਼, ਕੋਈ ਮੈਸੇਜ ਦੇਣਾ ਚਾਹੋਗੇ ਸਾਡੇ ਥਰੂ? ਬਸ ਮੈਂ ਇੱਕੋ ਹੀ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗੀ, ਜਿੰਨੇ ਵੀ ਸਾਡੇ ਦੇਖੋ ਸੰਗਤਾਂ ਦੇ ਵਿੱਚ ਕਦੇ ਵੀ ਦੋ ਰਾਏ ਬਿਲਕੁਲ ਵੀ ਨਹੀਂ, ਬਹੁਤ ਸੂਝਵਾਨ ਹੈ ਸੰਗਤ ਜਿਹੜੀ 21 ਵਿਸਵੇ ਹੈ, ਗੁਰੂ ਜਿਹੜਾ 20 ਵਿਸਵੇ ਹੈ। ਜੋ ਸੰਗਤ ਦੇ ਵਾਸਤੇ ਮੇਰਾ ਕੋਈ ਵੀ ਸੰਦੇਸ਼ ਨਹੀਂ, ਹਾਂ ਮੇਰਾ ਕੁਝ ਸਿੱਖ ਲੀਡਰਾਂ ਦੇ ਵਾਸਤੇ ਜ਼ਰੂਰ ਇੱਕ ਮੈਸੇਜ ਹੈ ਕਿ ਮੇਰੇ ਵੀਰੋ, ਮੇਰੀਆਂ ਭੈਣਾਂ, ਜਿੰਨੀ ਵੀ ਰਾਜਨੀਤੀ ਕਰੋ, ਕਿਉਂਕਿ ਧਰਮ ਬਿਨਾ ਨਾ ਰਾਜ ਚਲੇ ਹੈ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਾਜਨੀਤੀ ਬਖਸ਼ੀ ਹੈ, ਜ਼ਰੂਰ ਕਰੋ, ਕਿਉਂਕਿ ਇਸ ਤੋਂ ਬਿਨਾ, ਕੁਰਸੀ ਤੋਂ ਬਿਨਾ ਕੋਈ ਵੈਲਿਊ ਨਹੀਂ ਹੁੰਦੀ, ਪਰ ਧਰਮ ਨੂੰ ਮੁੱਖ ਰੱਖ ਕੇ, ਧਰਮ ਨੂੰ ਉੱਪਰ ਰੱਖੋ। ਉਸ ਦੇ ਨਾਲ ਜਦੋਂ ਰਾਜਨੀਤੀ ਕੀ ਤੁਸੀਂ ਕਿਸੇ ਵੀ ਕੰਮ ਨੂੰ ਕਰੋਗੇ, ਜਦੋਂ ਤੁਹਾਡੇ ਦਿਲ 'ਚ ਧਰਮ ਦੀ ਵੈਲਿਊ ਹੈ ਤੇ ਹਰ ਕੰਮ ਦੇ ਵਿੱਚ ਤੁਸੀਂ ਸਫਲਤਾ ਹਾਸਲ ਕਰੋਗੇ। ਕੋਈ ਵੀ ਐਸੀ ਗੱਲ ਇੱਕ ਦੂਸਰੇ ਦੇ ਪ੍ਰਤੀ ਨਾ ਕਰੋ। ਸੋਸ਼ਲ ਮੀਡੀਆ ਦਾ ਯੁੱਗ ਹੈ, ਉਹਦੇ ਸਾਹਮਣੇ ਜਿਸ ਦੇ ਨਾਲ ਦਸਤਾਰਾਂ ਉੱਤੇ ਛਿੱਟੇ ਪੈਣ, ਔਰ ਆਪਣੀ ਕੌਮ ਦੇ ਲਈ ਦਵਾਈ, ਪੜ੍ਹਾਈ ਤੇ ਕਮਾਈ ਦੇ ਲਈ ਹਰ ਉਹ ਜੂਝ ਕਰਕੇ ਕੰਮ ਕਰੋ ਜਿਸ ਦੇ ਵਿੱਚ ਆਪਣੀ ਕੌਮ ਅੱਗੇ ਵੱਸ ਜਾ ਸਕੇ। ਜੀ ਤਰਵਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਤੇ ਆਪਣੇ ਲਾਈਫ ਦੇ ਐਕਸਪੀਰੀਅੰਸ ਸਾਨੂੰ ਸ਼ੇਅਰ ਕੀਤੇ। ਮੈਨੂੰ ਉਮੀਦ ਹੈ ਕਿ ਤੁਹਾਡੀ ਲਾਈਫ ਬਾਰੇ ਜੋ ਵੀ ਤੁਸੀਂ ਦੱਸਿਆ ਸਭ ਵਾਸਤੇ ਬਹੁਤ ਹੀ ਮੋਟੀਵੇਸ਼ਨ ਦਾ ਕੰਮ ਕਰੇਗਾ, ਇੱਕ ਐਨਰਜਾਈਜ਼ ਕਰੇਗਾ, ਉਹ ਐਨਕਰੇਜ ਕਰੇਗਾ। ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਵੀ ਬਹੁਤ ਬਹੁਤ, ਤੁਹਾਡੀ ਟੀਮ ਦਾ ਔਰ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਇਹ ਮੌਕਾ ਮੈਨੂੰ ਦਿੱਤਾ ਸੰਗਤਾਂ ਦੇ ਰੂਬਰੂ ਹੋਣ ਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।